ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਸਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚਿਤੇਰੇ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚਿਤੇਰੇ। ਰਹਾਉ ਸੱਚ ਮੰਤਰ ਤੁਮਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਨੀ। ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨ ਜਾਵੈ ਮੇਰਾ ਪ੍ਰਭੁ ਅਬਨਾਸ਼ੀ। ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ। ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ। ਗੁਰੂ ਗਰੀਬ ਨਿਵਾਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤਿ ਸਤਿਕਾਰਯੋਗ ਸਤ ਸੰਗੀ ਜਨੋ, ਆਓ ਰਲ ਮਿਲ ਕੇ ਸਾਹਿਬਾਂ ਦੇ ਪਾਵਨ ਬਚਨਾਂ ਦੇ ਨਾਲ ਜੁੜ ਮਿਲ ਬੈਠਣ ਦਾ ਯਤਨ ਕਰੀਏ। ਪਾਵਨ ਬਚਨ ਜੋ ਹਰ ਰੋਜ਼ ਆਪਾਂ ਸਤਿਗੁਰਾਂ ਜੀ ਦੀ ਬਾਣੀ ਵਿੱਚੋਂ ਸਾਂਝੇ ਕਰਦੇ ਹਾਂ, ਸਿੱਖਣ ਦਾ ਯਤਨ ਕਰਦੇ ਹਾਂ, ਉਸੇ ਲੜੀ ਤਹਿਤ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਵਡਹੰਸ ਰਾਗ ਦੇ ਵਿੱਚੋਂ ਇੱਕ ਸ਼ਬਦ ਆਪ ਜੀ ਨੇ ਪਾਠ ਰੂਪ ਵਿੱਚ ਸ਼ਰਵਣ ਕੀਤਾ ਹੈ। ਇਸ ਦੀ ਪਾਵਨ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਆਓ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਲਵਾਓ ਹਾਜ਼ਰੀ। ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਬਿਆਨ ਕਰਦੇ ਨੇ, ਉਹ ਉਸ ਦੇ ਸੰਬੰਧ ਵਿੱਚ ਹੈ ਜਿਨ੍ਹਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਪ੍ਰਭੂ ਦਾ ਨਾਮ ਟਿਕ ਚੁੱਕਾ ਹੈ। ਭਾਵ ਜਿਨ੍ਹਾਂ ਨੇ ਸੱਚ ਨੂੰ ਕਬੂਲ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਫਿਰ ਸੱਚ ਤੋਂ ਸਿਵਾਏ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਵੀ ਹਮੇਸ਼ਾ ਸੱਚ, ਜੇ ਸੱਚ ਨੂੰ ਛੱਡਦਾ ਹੈ ਤਾਂ ਬੰਦਾ ਮੌਤ ਸਮਾਨ ਸਮਝ। ਸੱਚ ਮਤਲਬ ਹਮੇਸ਼ਾ ਸੱਚ ਦੇ ਰਾਹ 'ਤੇ ਝੂਠ ਨਾਲ ਸਮਝੌਤਾ ਨਹੀਂ, ਅਤੇ ਅਖੀਰੀ ਗੱਲ ਸਮਝਾਂਗੇ ਤਾਂ ਮਤਲਬ ਆਪਣੀ ਜ਼ਮੀਰ ਨਹੀਂ ਬੰਦਾ ਮਰਨ ਦਿੰਦਾ। ਥੋੜ੍ਹੇ ਲਫ਼ਜ਼ਾਂ ਦੇ ਵਿੱਚ ਵੱਡੀ ਵਿਆਖਿਆ ਵੀ ਬੰਦਾ ਆਪਣੀ ਜ਼ਮੀਰ ਨਹੀਂ ਮਰਨ ਦਿੰਦਾ, ਆਪਣੀ ਜ਼ਮੀਰ ਕਰਕੇ ਜਿਉਂਦਾ ਹੈ। ਕੋਈ ਵੀ ਕੰਮ ਆ ਬੰਦਾ ਦੇਖਦਾ ਵੀ ਮੇਰੇ ਲਈ ਸਹੀ ਹੈ ਜਾਂ ਗਲਤ ਆ, ਅਤੇ ਨਹੀਂ ਤਾਂ ਬੰਦਾ ਕਹਿੰਦਾ ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ, ਇਹੋ ਜਿਹਾ ਘਟੀਆ ਕੰਮ ਮੈਂ ਨਹੀਂ ਕਰ ਸਕਦਾ, ਕਿਸੇ ਨੂੰ ਝੂਠ ਨਹੀਂ ਬੋਲ ਸਕਦਾ ਮੈਂ, ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ। ਇਹ ਹੈ ਜਾਗਦਿਆਂ ਦੀਆਂ ਨਿਸ਼ਾਨੀਆਂ, ਇਹ ਹੈ ਸੱਚ ਨਾਲ ਜੁੜਿਆਂ ਦੀਆਂ ਨਿਸ਼ਾਨੀਆਂ। ਕਿਸੇ ਨਾਲ ਬੇਈਮਾਨੀ ਨਹੀਂ ਕਰ ਸਕਦਾ, ਕਿਸੇ ਨਾਲ ਧੋਖਾਧੜੀ ਨਹੀਂ ਕਰ ਸਕਦਾ, ਕਿਸੇ ਨੂੰ ਗਲਤ ਬੋਲ ਨਹੀਂ ਸਕਦਾ, ਸੱਚ ਨਾਲ ਜੁੜੇ ਹੋਏ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਿਹੜੀ ਗੱਲ ਆਖਦੇ ਨੇ, ਕਹਿੰਦੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਹੇ ਜਿੰਦ ਦੇਣ ਵਾਲੇ ਪ੍ਰਭੂ, ਹੇ ਮੇਰੇ ਪ੍ਰੀਤਮ ਪ੍ਰਭੂ,
ਸੰਬੋਧਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਪ੍ਰੀਤਮ ਪ੍ਰਭੂ ਤੇ ਜੀ ਦੇ ਦਾਤੇ। ਕਿਆ ਇੱਕੋ ਇੱਕ ਪ੍ਰਮਾਤਮਾ ਨੂੰ ਹੈ ਜਿਹੜਾ ਜਿੰਦ ਦੇਣ ਵਾਲਾ ਹੈ। ਸਰੀਰ ਬਣਾ ਕੇ ਘੜਤ ਘੜ ਕੇ ਵਿੱਚ ਇਹਦੇ ਸਵਾਸ ਟਿਕਾ ਦਿੱਤੇ, ਸਰਕਲ ਚਲਾ ਦਿੱਤਾ, ਜਿੰਦ ਟਿਕਾ ਦਿੱਤੀ। ਕਹਿੰਦੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ। ਤੇ ਅੱਗੇ ਸਤਿਗੁਰੂ ਕਹਿੰਦੇ ਇਹ ਜਿੰਦ ਦੇ ਮਾਲਕ, ਇਹ ਪ੍ਰੀਤਮ ਪ੍ਰਭੂ ਜੀ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਤੇਰਾ ਨਾਮ ਵਸਾ ਕੇ ਹੀ ਮੇਰਾ ਮਨ ਜਿਉਂਦਾ ਏ। ਜੇ ਨਾਮ ਨਹੀਂ ਹੈ ਤਾਂ ਮੇਰਾ ਮਨ ਮਰ ਜਾਂਦਾ ਹੈ। ਹੁਣ ਇੱਥੇ ਗੱਲ ਚੱਲ ਰਹੀ ਹੈ ਮਨ ਨੂੰ ਜਿਉਣ ਦੀ। ਮਨ ਜੀਵ ਹੈ ਮਤਲਬ ਉੱਥੇ ਗੱਲ ਆ ਗਈ ਜ਼ਮੀਰ ਨੂੰ ਜਾਗਣ ਦੀ। ਜ਼ਮੀਰ ਜਾਗਦੀ, ਜ਼ਮੀਰ ਜਿਉਂਦੀ। ਹੁਣ ਮਨ, ਆਪਾਂ ਸਰੀਰ ਦੀ ਤਾਂ ਗੱਲਬਾਤ ਸੁਣੀ ਆ ਵੀ ਸਰੀਰ ਖਤਮ ਹੋ ਗਿਆ, ਸਰੀਰ ਡੈੱਡ ਹੋ ਗਿਆ, ਅਕਾਲ ਚਲਾਣਾ ਕਰ ਗਿਆ ਬੰਦਾ, ਜਨਮ ਲੈ ਲਿਆ, ਬਰਥ ਹੋਇਆ। ਵੀ ਮਨ ਵੀ ਜਿਹੜਾ ਜਿਉਂਦਾ ਮਰਦਾ ਹੈ, ਸਤਿਗੁਰੂ ਕਹਿ ਰਹੇ ਨੇ ਵੀ ਮਨ ਜੀਵ ਹੈ। ਮਨ ਵੀ ਜਿਉਂਦਾ ਕਰਦਾ ਹੈ, ਹਾਂ ਮਨ ਵੀ ਜਿਉਂਦਾ ਹੈ, ਮਨ ਵੀ ਜਿਉਂਦਾ ਹੈ। ਪਰ ਜਿਉਂਦਾ ਕਿਸ ਪੱਖ ਤੋਂ ਆ ਉਹ ਵੇਖਣਾ ਬੜਾ ਲਾਜ਼ਮੀ ਹੈ। ਜਿਉਣਾ, ਜਿਉਂਦੇ ਕਿਵੇਂ ਨੇ? ਮਨ ਜਿਉਂਦਾ ਰੱਖਣਾ ਹੈ। ਜਿਉਂਦੇ ਤਾਂ ਉਹ ਵੀ ਨੇ ਨਾ ਸੰਸਾਰ ਦੇ ਵਿੱਚ, ਜਿਉਂਦੇ ਤਾਂ ਉਹ ਵੀ ਨੇ ਜਿਨ੍ਹਾਂ ਦਾ ਸੱਚ ਦੇ ਨਾਲ ਪਿਆਰ ਨਹੀਂ ਹੈ, ਅਤੇ ਜਿਉਂਦੇ ਉਹ ਵੀ ਨੇ ਜਿਹੜੇ ਸੱਚ ਕਬੂਲੀ ਬੈਠੇ ਨੇ। ਜਿਉਂਦੇ ਹਰੇਕ ਤਰੀਕੇ ਨਾਲ ਹੀ ਨੇ ਬੰਦੇ, ਜਿਉਂਦੇ ਸਾਰੇ ਨੇ। ਸਰੀਰ ਕਰਕੇ ਜਿਉਂ ਰਹੇ ਨੇ, ਪਰ ਗੁਰੂ ਤੇਰੀ ਜ਼ਮੀਰ ਵੇਖਦਾ ਵੀ ਜ਼ਮੀਰ ਕਰਕੇ ਜਿਉਂਦਾ ਹੈ ਜਾਂ ਮਰਿਆ ਹੋਇਆ ਹੈ। ਮਨ ਤੇਰਾ ਜਾਗਦਾ ਹੈਗਾ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ ਪਾਵਨ ਬਚਨ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਜ਼ਿੰਦਗੀ ਦੇ ਵਿੱਚ ਮਨ ਜਾਗਣ ਦੀ ਬੜੀ ਅਹਿਮੀਅਤ ਆ। ਜੇ ਮਨ ਨਹੀਂ ਨਾ ਤੁਹਾਡਾ ਜਾਗਿਆ, ਤੁਹਾਡੀ ਜ਼ਮੀਰ ਨਹੀਂ ਨਾ ਜਾਗਦੀ, ਤਾਂ ਇਹ ਮਨੁੱਖਾ ਜਨਮ ਦਾ ਫਾਇਦਾ ਕੋਈ ਵੀ ਨਹੀਂ ਹੈ। ਪਸ਼ੂਆਂ ਵਰਗਾ, ਜਿਹਦਾ ਜ਼ਮੀਰ ਨਹੀਂ ਜਾਗਦੀ, ਮਨ ਨਹੀਂ ਨਾ ਜਾਗਦਾ, ਉਹ ਕਦੇ ਵੀ ਬੰਦਾ ਆਪਣੇ ਹੱਕਾਂ ਦੇ ਲਈ ਲੜ ਨਹੀਂ ਸਕਦਾ, ਆਪਣੇ ਹੱਕ ਲੈਣ ਦੇ ਲਈ ਕਦੇ ਵੀ ਜੂਝ ਨਹੀਂ ਸਕਦਾ। ਪਰ ਜਿਹਦੀ ਜ਼ਮੀਰ ਜਾਗਦੀ ਹੋਵੇਗੀ ਉਹ ਇਨਸਾਨੀਅਤ ਦੇ ਲਈ ਲੜੇਗਾ ਲਾਜ਼ਮੀ। ਉਹ ਜ਼ਰੂਰ ਲੜੇਗਾ, ਉਹ ਜ਼ਰੂਰ ਲੜਦਾ ਹੈ। ਕਿਉਂਕਿ ਜਿਉਣਾ ਸਾਰਿਆਂ ਨਹੀਂ ਹੈ, ਜਿਉਂਦੇ ਸਾਰੇ ਹੀ ਨੇ। ਸਰੀਰ ਕਰਕੇ ਤਾਂ ਖਤਮ ਦੋਵਾਂ ਨਹੀਂ ਹੋ ਜਾਣਾ ਹੈ। ਜਿਹਦਾ ਹੱਸ ਕੇ ਸਰਦਾ ਹੋਵੇ ਮਰਨਾ ਉਹਨੇ ਵੀ ਹੈ, ਪਰ ਜਿਹੜਾ ਦੁਨੀਆ ਦੇ ਵਿੱਚ ਕੁਝ ਕਰਕੇ ਗਿਆ, ਅੜ ਕੇ ਗਿਆ, ਮਰਦਾ ਉਹ ਵੀ ਹੈ। ਮਰਦੇ ਸਾਰੇ ਨੇ। ਇਹ ਕਦੇ ਵੀ ਨਹੀਂ ਕਹਿ ਸਕਦੇ ਵੀ ਜੇ ਕੋਈ ਸੱਚ ਦੇ ਰਾਹ 'ਤੇ ਚੱਲਿਆ ਉਹਨੂੰ ਮੌਤ ਆ ਗਈ, ਅਤੇ ਜਿਹਨੇ ਸੱਚ ਕਬੂਲ ਨਹੀਂ ਕੀਤਾ, ਜਿਹੜਾ ਵਿਕ ਗਿਆ ਮਰਿਆ, ਉਹ ਨਹੀਂ। ਕਦੇ ਵੀ ਨਹੀਂ ਹੋ ਸਕਦਾ। ਜਦੋਂ ਆਪਾਂ ਪਾਵਨ ਇਤਿਹਾਸ ਦੀਆਂ ਬਾਤਾਂ ਪੜ੍ਹਦੇ ਹਾਂ ਵੀ ਜਿਸ ਦਿਨ ਸੂਬਾ ਸਰਹੰਦ ਛੋਟੇ ਛੋਟੇ ਬੱਚਿਆਂ ਨੂੰ ਲਾਲਚ ਦੇ ਰਿਹਾ, ਕਹਿੰਦੇ ਵੀ ਸਾਡੇ ਧਰਮ ਦੇ ਵਿੱਚ ਆ ਜਾਓ, ਇੱਧਰ ਆ ਜਾਓ। ਉਹ ਕਹਿੰਦੇ ਵੀ ਸਾਨੂੰ ਇੱਕ ਗੱਲ ਦੱਸ, ਵੀ ਆ ਜਾਵਾਂਗੇ ਕੋਈ ਗੱਲ ਨਹੀਂ, ਕੀ ਤੇਰੇ ਧਰਮ ਦੇ ਵਿੱਚ ਆ ਕੇ ਮੌਤ ਨਹੀਂ ਆਉਂਦੀ? ਕਹਿੰਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਮੌਤ ਆ ਸਕਦੀ। ਕਹਿੰਦੇ ਫਿਰ ਸਾਡੇ ਨੂੰ ਕੀ ਹੋਇਆ? ਮੌਤ ਤਾਂ ਆਉਣੀ ਆਉਣੀ ਹੈ ਵੀਰ, ਅਸੀਂ ਆਪਣੀ ਜ਼ਮੀਰ ਵੇਚ ਕੇ ਕਿਉਂ ਜਾਈਏ? ਮੌਤ ਤਾਂ ਹਰੇਕ ਪਾਸੇ ਆ ਜਾਣੀ ਹੈ। ਪਰ ਹਾਂ, ਸੱਚ ਦੇ ਰਾਹ 'ਤੇ ਚੱਲ ਕੇ ਭਾਵੇਂ ਆ ਛੇਤੀ ਜਾਵੇ, ਪਰ ਨਿਚਿੰਤ ਹੋ ਕੇ ਮਰਨਾ ਹੈ ਬਸ। ਗੱਲਾਂ ਨਾ ਬਣਨ। ਮੌਤ ਤੋਂ ਬਾਅਦ ਵੀ ਯਾਦ ਰੱਖਣ, ਇਹ ਹੈ ਜ਼ਮੀਰ ਜਾਗਣਾ। ਤੇ ਸਤਿਗੁਰ ਦੀ ਬਾਣੀ ਸਾਡਾ ਮਨ ਹੀ ਤਾਂ ਜਗਾਉਂਦੀ ਹੈ ਨਾ, ਸੁੱਤੇ ਹੋਇਆਂ ਨੂੰ ਉਠਾਉਂਦੀ ਹੈ। ਸਾਡਾ ਮਨ ਜਾਗਦਾ ਨਹੀਂ ਹੈ, ਮਰਿਆ ਹੋਇਆ ਹੈ, ਸੁੱਤਾ ਹੋਇਆ ਹੈ। ਤਾਂ ਹੀ ਸਤਿਗੁਰੂ ਕਹਿੰਦੇ ਨੇ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗੋ, ਗਾਫਲ ਹੋ ਕੇ ਬੇਫਿਕਰੇ, ਜਿਹਨੂੰ ਆਪਾਂ ਕਹਿੰਦੇ ਨਾ ਘੋੜੇ ਵੇਚ ਕੇ ਸੌਂ ਗਿਆ ਬੰਦਾ, ਉੱਦਾਂ ਹੈ।
ਉਵੇਂ ਦਾ ਹੈ। ਜਿੱਥੇ ਜਾਗਦੇ ਹੋਣ, ਜਿੱਥੇ ਸੁਚੇਤ ਹੋਣ, ਉੱਥੇ ਕੋਈ ਡਰ ਨਹੀਂ ਹੁੰਦਾ। ਪਰ ਜਦੋਂ ਬੰਦਾ ਸੌਂ ਜਾਂਦਾ ਹੈ ਨਾ, ਆਪਾਂ ਅਗਰ ਸਵੇਰ ਨੂੰ ਪਤਾ ਲੱਗਦਾ ਵੀ ਚੋਰੀ ਹੋ ਗਈ, ਕਿਉਂ ਹੋ ਗਈ? ਕਹਿੰਦੀ ਜੇ ਅਸੀਂ ਸੁੱਤੇ ਹੋਏ ਸੀ ਤਾਂ ਹੋ ਗਈ। ਜਾਗਦੇ ਹੋਣ ਉਸ ਘਰ ਦੇ ਵਿੱਚ ਚੋਰੀ ਥੋੜ੍ਹੀ ਹੁੰਦੀ ਹੈ। ਚੋਰੀ ਉੱਥੇ ਹੋਈ ਜਿਹੜੇ ਸੁੱਤੇ ਹੋਏ ਨੇ, ਚੋਰੀ ਉੱਥੇ ਹੁੰਦੀ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਆਖਦੀ ਹੈ, ਭਲਿਓ ਨਾਮ ਦੇ ਨਾਲ ਜੁੜੋ, ਸੱਚ ਦੇ ਨਾਲ ਜੁੜੋ। ਇੰਨੀ ਕੁ ਪ੍ਰੀਤ ਪਾਲ ਹੈ ਵੀ ਸੱਚ ਤੋਂ ਬਿਨਾਂ ਤੇਰਾ ਮਰਨ ਹੀ ਹੋ ਜਾਵੇ, ਤੇਰਾ ਮਰਨ ਹੋ ਜਾਵੇ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਸੱਚ ਦੇ ਨਾਲ ਪ੍ਰੀਤ ਨਾ ਜਿੱਦਣ ਜੁੜੀ, ਬਸ ਮਰਨ ਹੋ ਜਾਵੇ। ਸਤਿਗੁਰੂ ਜੀ ਪਾਵਨ ਗੁਰਬਾਣੀ ਦੇ ਵਿੱਚ ਬੜੇ ਤਰੀਕਿਆਂ ਦੇ ਨਾਲ ਸਮਝਾਉਂਦੇ ਨੇ, ਬੜੇ ਤਰੀਕੇ ਨੇ, ਬਹੁਤ ਕੁਛ ਹੈ। ਅਤੇ ਸਾਡੀਆਂ ਜਿਹੜੀਆਂ ਅੱਜ ਦੇ ਹਿਸਾਬ ਦੇ ਨਾਲ ਆਪਾਂ ਕਹਿੰਦੇ ਵੀ ਸਾਡਾ ਸਭ ਕੁਝ ਲੁੱਟਿਆ ਗਿਆ, ਸਾਡੇ ਕੋਲ ਕੁਛ ਨਹੀਂ ਰਿਹਾ, ਸਾਡੀਆਂ ਸੁੱਤੇ ਹੋਣ ਦੀਆਂ ਹੀ ਨਿਸ਼ਾਨੀਆਂ ਨੇ ਨਾ। ਸਾਨੂੰ ਬਹੁਤ ਨੇ ਜਗਾਉਣ ਵਾਲੇ, ਹਲੂਣਾ ਦੇਣ ਵਾਲੇ, ਪਰ ਸਾਡੀ ਬਿਰਤੀ ਇਹੋ ਜਿਹੀ ਬਣ ਗਈ ਵੀ ਜਿਹੜਾ ਜਗਾਉਂਦਾ, ਜਿਹੜਾ ਹਲੂਣਾ ਦਿੰਦਾ ਹੈ, ਉਹਨੂੰ ਸਰਟੀਫਿਕੇਟ ਅਸੀਂ ਬਹੁਤ ਛੇਤੀ ਦੇ ਦਿੰਦੇ ਹਾਂ ਗਦਾਰ ਹੋਣ ਦਾ, ਵੀ ਇਹ ਬਰਬਾਦੀ ਦੇ ਰਾਹ 'ਤੇ ਪਾਉਂਦਾ, ਇਹ ਸਾਨੂੰ ਮਰਵਾਵੇਗਾ, ਇਹ ਬੰਦਾ ਖਤਰਨਾਕ ਆ, ਇਹ ਏਜੰਸੀਆਂ ਦਾ ਬੰਦਾ ਹੈ, ਬੜਾ ਕੁਛ ਕਰਦੇ ਨੇ। ਪਰ ਜਿੱਦਣ ਬੰਦਾ ਮਰ ਗਿਆ, ਉਹੀ ਲੋਕ ਜਿਹੜੇ ਗਲਤ ਬੋਲਦੇ ਨੇ, ਮੁੜ ਕੇ ਸ਼ਰਧਾਂਜਲੀ ਦਿੰਦੇ ਤੁਰੇ ਫਿਰਦੇ ਨੇ। ਬਹੁਤ ਬੰਦਾ ਵਧੀਆ ਸੀ, ਇਹਦਾ ਤਾਂ ਘਾਟਾ ਹੀ ਬਹੁਤ ਪੈ ਗਿਆ ਹੁੰਦਾ ਨਾ ਸਮਾਜ ਵਿੱਚ ਵਰਤਿਆ। ਤਾਂ ਪਿਛਲੇ ਦਿਨ ਹੀ ਸਾਨੂੰ ਪਤਾ ਹੈ ਵੀ ਸਾਰਾ ਕੁਝ ਸਾਡੇ ਪੰਜਾਬ ਨੇ ਜਿਹੜਾ ਸੰਤਾਪ ਹੰਢਾਇਆ ਹੈ, ਬਾਅਦ 'ਚ ਪਤਾ ਲੱਗਦਾ ਸਾਨੂੰ ਵੀ ਹੋਇਆ ਕੀ, ਬਣਿਆ ਕੀ। ਪਰ ਜਿਹੜੇ ਖਤਮ ਹੋਣ ਵਾਲੇ ਨੇ, ਮਰਨ ਵਾਲੇ ਨੇ, ਆਪਣਾ ਕੰਮ ਕਰ ਗਏ। ਅਸੀਂ ਇਹ ਵੇਖਣਾ ਹੁੰਦਾ ਵੀ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ, ਉਹਨਾਂ ਦੀ ਸੋਚ 'ਤੇ ਅਸੀਂ ਕਿੰਨਾ ਕੁ ਖੜ੍ਹੇ ਹਾਂ, ਅਸੀਂ ਕਿੰਨਾ ਕੁ ਖੜ੍ਹਨਾ ਹੈ। ਵੀ ਉਹਨਾਂ ਨੇ ਤਾਂ ਆਪਣੀ ਵਾਹ ਲਾ ਕੇ ਬੋਲੇ, ਸੱਚ ਬੋਲੇ, ਆਪਣੇ ਹੱਕਾਂ ਦੇ ਲਈ, ਇਨਸਾਨੀਅਤ ਦੇ ਲਈ ਲੜੇ, ਪਰ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਪਿੱਛੇ ਤੁਸੀਂ ਵੇਖਿਆ, ਕਿਉਂਕਿ ਹਮੇਸ਼ਾ ਸਰਕਾਰਾਂ ਨੂੰ ਨੌਜਵਾਨੀ ਤੋਂ ਡਰ ਰਹਿੰਦਾ ਹੈ, ਨੌਜਵਾਨੀ ਤੋਂ। ਜੇ ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ ਨਾ, 3 ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀਆਂ, ਜਿਹੜੀ ਉਹਨਾਂ ਤੋਂ ਖੋਹ ਲੈਣੀ ਚਾਹੀਦੀ ਹੈ ਤਾਂ ਕੌਮ ਬਰਬਾਦ ਹੋ ਜਾਂਦੀ ਹੈ। ਇੱਕ ਤਾਂ ਉਹਨਾਂ ਦਾ ਲਿਬਾਸ, ਜੇ ਖੋਹ ਲਿਆ ਜਾਵੇ ਤਾਂ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਲਿਬਾਸ, ਉਹਨਾਂ ਦਾ ਖਾਣਾ ਅਤੇ ਉਹਨਾਂ ਦੀ ਬੋਲੀ, ਜੇ ਤਿੰਨੇ ਬਦਲ ਜਾਣ ਨਾ, ਰਹਿਣ ਸਹਿਣ ਦਾ ਢੰਗ ਤਰੀਕਾ, ਲਿਬਾਸ ਬਦਲ ਗਿਆ, ਖਾਣੇ ਬਦਲ ਗਏ ਅਤੇ ਬੋਲੀ ਬਦਲ ਗਈ, ਤਾਂ ਕੌਮ ਖਤਮ ਹੋ ਜਾਂਦੀ ਹੈ। ਬੰਦਾ ਇਤਿਹਾਸ ਭੁੱਲ ਬੈਠਦਾ। ਸਾਨੂੰ ਹੁਣ ਯਾਦ ਥੋੜ੍ਹੀ ਰਹਿਣਾ ਵੀ ਸਾਡੇ ਜਿਹੜੇ ਹਿਸਾਬ ਨਾਲ ਅੱਜ ਜਿਉਂਦੇ ਵੀ ਸਾਡੇ ਬਜ਼ੁਰਗ ਇਹੋ ਜਿਹੇ ਹੁੰਦੇ ਸਨ, ਪਤਾ ਹੀ ਨਹੀਂ ਨਾ ਲੱਗਣਾ, ਫਰਕ ਪਾਤਾ ਨਾ। ਪਰ ਸਾਡਾ ਜਿਉਣਾ ਉਵੇਂ ਦਾ ਸੀ ਜਿਵੇਂ ਦਾ ਸਾਡਾ ਇਤਿਹਾਸ ਆ। ਨਹੀਂ ਚਾਹੁੰਦੇ ਉਹ ਵੀ ਇੱਥੋਂ ਕੋਈ ਬੋਲੇ, ਸਿਆਣਾ ਬਣੇ, ਪੜ੍ਹੇ ਲਿਖੇ, ਕਿਸੇ ਪਿੱਛੇ ਕੋਈ ਇੱਥੇ ਰੋਲ ਮਾਡਲ ਬਣੇ ਨੌਜਵਾਨੀ ਦਾ, ਨਹੀਂ ਚਾਹੁੰਦੇ ਅਗਲੇ, ਨਹੀਂ ਚਾਹੁੰਦੇ। ਕਿਉਂਕਿ ਤੁਸੀਂ ਪਿੱਛੇ 3-4 ਮਹੀਨਿਆਂ ਦੇ ਤੁਸੀਂ ਵੇਖਦੇ ਹੋ ਜਿਹੜੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਗੈਂਗਵਾਰ ਫੈਲਾਈ ਜਾ ਰਹੀ ਹੈ, ਵੀ ਸਾਰਾ ਪੰਜਾਬ ਹੁਣ ਅਗਲਿਆਂ ਨੇ ਸਿੱਧ ਨਹੀਂ ਕਰਤਾ ਵੀ ਪੰਜਾਬ ਦੇ ਵਿੱਚ ਸਾਰੇ ਰਹਿੰਦੇ ਗੈਂਗਸਟਰ ਨੇ, ਇੱਥੋਂ ਦੇ ਨੌਜਵਾਨ ਗੈਂਗਸਟਰ ਨੇ, ਅੱਤਵਾਦੀ ਨੇ, ਡਰਾਤਾ ਅਗਲਿਆਂ ਨੇ। ਹੁਣ ਕਰਦਾ ਕੌਣ ਹੈ ਸਾਡੇ ਨਾਲ? ਇਹਨਾਂ ਗੱਲਾਂ ਨੂੰ ਸਮਝਣਾ ਪੈਣਾ। ਜੇ ਸੁੱਤੇ ਰਹਿ ਗਏ ਤਾਂ ਬਰਬਾਦੀ ਦੇ ਰਾਹ 'ਤੇ ਪਏ ਰਵਾਂਗੇ। ਜਿੱਦਣ ਜਾਗ ਗਏ ਰੁਕ ਸਕਦੇ ਹਾਂ ਅਸੀਂ। ਬਹੁਤ ਕੁਝ ਅਗਲੇ ਸਿੱਧਾ ਗਲਾ ਨਹੀਂ ਫੜਦੇ, ਘੁਮਾ ਕੇ ਫੜਨ ਨੂੰ ਫਿਰਦੇ ਨੇ, ਘੁਮਾ ਕੇ ਵੀ ਪਤਾ ਵੀ ਨਾ ਲੱਗੇ।
ਚਾਲਬਾਜ਼ੀਆਂ ਖੇਡਦੇ ਨੇ, ਚਾਲਬਾਜ਼ੀਆਂ ਪਤਾ ਨਹੀਂ ਲੱਗਣ ਦਿੰਦੇ ਵੀ ਇਹ ਖਤਮ ਹੋਏ ਰਹਿਣ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਤਾਪ ਆ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਹੈ। ਇਹਨਾਂ ਲੋਕਾਂ ਦੇ ਜਿਹੜੇ ਖੂਨ ਨੇ ਨਾ ਬੜੀ ਅਣਖੀ ਨੇ, ਯੁੱਗ ਪਲਟਾ ਦਿੰਦੇ ਨੇ, ਯੁੱਗ ਪਲਟਾ ਦਿੰਦੇ ਨੇ। ਇਹ ਸੱਚ ਆ, ਹਕੀਕਤ ਆ। ਪਰ ਲਾਜ਼ਮੀ ਇਹ ਹੁੰਦਾ ਹੈ ਵੀ ਆਪਣੀ ਕੌਮ ਦੇ ਲੋਕਾਂ ਨੂੰ, ਆਪਣੇ ਪੰਥ ਦੇ ਲੋਕਾਂ ਨੂੰ ਕਿਸੇ ਦਾ ਫਰਜ਼ ਹੁੰਦਾ ਹੈ ਜਗਾਉਣ ਦਾ, ਹਲੂਣਾ ਦੇਣ ਦਾ, ਸਮਝ ਦੇਣ ਦਾ ਨੌਜਵਾਨੀ ਨੂੰ ਵੀ ਆਹ ਕੰਮ ਕਰਨੇ ਲਾਜ਼ਮੀ ਨੇ। ਬੜਾ ਕੁਛ ਅਗਲੇ ਨੇ ਵਾਹ ਲਾ ਦਿੱਤੀ, ਖਤਮ ਕਰ ਦਿੱਤਾ, ਪਰ ਬੜੇ ਵਾਰ ਆਪਾਂ ਸਮਝਿਆ ਵੀ ਸੱਚ ਖਤਮ ਨਹੀਂ ਹੁੰਦਾ। ਸਾਡੀ ਸੋਚ ਨੂੰ ਅਗਲਿਆਂ ਨੇ ਖਤਮ ਕਰਨ ਦਾ ਯਤਨ ਕੀਤਾ, ਹਮੇਸ਼ਾ ਹੀ, ਪਹਿਲੇ ਦਿਨ ਤੋਂ ਚੱਲ ਰਿਹਾ, ਨਵਾਂ ਨਹੀਂ ਹੈ। ਪਰ ਤੁਹਾਡੇ ਸਾਹਮਣੇ ਹੈ, ਜਿਹੜਾ ਨੌਜਵਾਨ ਇਸ ਰਾਹ 'ਤੇ ਤੁਰੇਗਾ ਉਹਨਾਂ ਨੇ ਪਹਿਲਾਂ ਹੀ ਚੱਕ ਲੈਣਾ ਹੈ, ਖਤਮ ਕਰ ਦੇਣਾ ਹੈ। ਅਖੀਰ ਅਸੀਂ ਉਸ ਬੰਦੇ ਦੇ ਜਿਹੜੇ ਅਖੀਰੀ ਬੋਲ ਉਹ ਨਹੀਂ ਯਾਦ ਕਰਦੇ ਵੀ ਮਾਰਿਆ ਕਿਉਂ ਗਿਆ। ਸਾਡੀ ਸੋਚ ਜਿਹੜੀ, ਆਪਾਂ ਹੁਣ ਦੀ ਗੱਲ ਕਰਾਂਗੇ, ਹਾਲਾਂਕਿ ਵਰਤਦਾ ਪਹਿਲੇ ਦਿਨ ਤੋਂ ਹੈ। ਜਦੋਂ ਕਲਮ ਚੱਲਦੀ ਹੈ, ਸੱਚ ਲਿਖਦੀ ਹੈ, ਉਹ ਤੋਂ ਖਤਰਾ ਅਗਲਿਆਂ ਨੂੰ ਪੈਂਦਾ ਵੀ ਨੌਜਵਾਨੀ ਜਾਗੇਗੀ। ਜੇ ਕੋਈ ਸੋਚ ਪੈਦਾ ਹੁੰਦੀ ਹੈ, ਉਹ ਤੋਂ ਡਰਦੇ ਨੇ ਅਗਲੇ। ਅਤੇ ਜੇ ਕਿਤੇ ਕੋਈ ਖੇਡਣ ਦਾ ਯਤਨ ਕਰਦਾ ਹੈ, ਕੋਈ ਸਿਹਤ ਕਰਕੇ ਤਕੜਾ ਹੁੰਦਾ, ਡਰ ਇਹਨਾਂ ਨੂੰ ਤਾਂ ਵੀ ਪੈ ਜਾਂਦਾ ਵੀ ਸਾਡੇ ਮੁਕਾਬਲੇ ਲੜਨ ਜੋਗੇ ਨਾ ਕਿਤੇ ਹੋ ਜਾਣ। ਅਸੀਂ ਇਹਨਾਂ ਨੂੰ ਟੀਕੇ ਲਵਾ ਕੇ, ਅਸੀਂ ਇਹਨਾਂ 'ਚ ਚਿੱਟਾ ਭੇਜ ਖਤਮ ਕਰਨਾ ਚਾਹੁੰਦੇ ਹਾਂ। ਇਹ ਕਿਵੇਂ ਉੱਠ ਖੜਨ ਵੀ ਇਹਨਾਂ ਦੇ ਨੌਜਵਾਨ ਖੇਡਣ, ਅਸੀਂ ਤਾਂ ਖਤਮ ਕਰਨਾ ਚਾਹੁੰਦੇ ਹਾਂ। ਸੋਚ ਅਗਲਿਆ ਖਤਮ ਕਰਦੇ। ਪਿੱਛੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਾਪਰੇ, ਇਹ ਤਾਂ ਸਾਰਿਆਂ ਨੂੰ ਪਤਾ ਹੈ, ਉਹ ਘਟਨਾਕ੍ਰਮ ਐਵੇਂ ਨਹੀਂ ਵਾਪਰਦੇ ਹੁੰਦੇ, ਬਹੁਤ ਵੱਡੀਆਂ ਰੰਜਿਸ਼ਾਂ ਨੇ ਉਹਨਾਂ ਪਿੱਛੇ। ਇੱਕ ਗੱਲ ਲਾਜ਼ਮੀ ਜ਼ਰੂਰ ਸਮਝਿਓ, ਜੇ ਤੁਸੀਂ ਕਹੋ ਨਾ ਵੀ ਇਨਸਾਫ ਮਿਲ ਜਾਣੇ ਨਹੀਂ, ਇਨਸਾਫ ਨਹੀਂ ਉਹਨਾਂ ਚੀਜ਼ਾਂ ਦੇ ਮਿਲਦੇ ਜਿਹਦੇ ਵਿੱਚ ਸਰਕਾਰਾਂ ਖੁਦ ਹੋਣ ਉਹ ਲਮਕਦੇ ਰਹਿੰਦੇ ਨੇ, ਕਦੇ ਵੀ ਨਹੀਂ। ਬੜੇ ਵੀਰ ਇੱਦਾਂ ਗੱਲਾਂ ਕਰਦੇ ਨੇ, ਕਹਿੰਦੇ ਵੀ ਜੀ ਦੇਖੋ ਲੋਕਾਂ ਨੇ ਫੇਰ ਗਲਤੀ ਕਰ ਦਿੱਤੀ, ਆ ਪਿੱਛੇ ਜੇ ਜਿਮਨੀ ਚੋਣਾਂ ਹੋਈਆਂ, ਕੱਲ੍ਹ ਪਰਸੋਂ ਉਹਨਾਂ ਦੀ ਜਿਹੜੀ ਗਿਣਤੀ ਆਈ ਹੈ ਸਾਹਮਣੇ, ਜੋੜ ਤੋੜ ਹੋ ਗਿਆ, ਪਹਿਲਾਂ ਵਾਲੇ ਥੱਲੇ ਰਹਿ ਗਏ। ਦੇਖੋ ਜੀ ਲੋਕ ਸਾਡੇ ਜੁੱਤੀਆਂ ਖਾਣ ਦੇ ਆਦੀ ਨੇ, ਇਹਨਾਂ ਨੇ ਫੇਰ ਹੁਣ ਬਦਲ ਲਈਆਂ ਸਰਕਾਰਾਂ, ਆਹ ਬਣ ਗਿਆ ਜਿਉਂ ਬਣ ਗਿਆ, ਇਨਸਾਫ ਪਹੁੰਚ ਚੁੱਕਿਆ ਸੀ, ਮਿਲ ਜਾਣਾ ਸੀ। ਪਿੱਛੇ ਜਿਹੜਾ ਮਰਡਰ ਹੋਇਆ ਸ਼ੁਭਦੀਪ ਸਿੰਘ ਸਿੱਧੂ, ਉਹਦਾ ਮਰਡਰ ਹੋਇਆ, ਕਤਲ ਕੀਤਾ, ਦੇਖੋ ਜੀ ਇਨਸਾਫ ਮਿਲ ਜਾਣਾ ਸੀ। ਹੁਣ ਤਾਂ ਕੜੀਆਂ ਕਿੱਥੋਂ ਤੱਕ ਪਹੁੰਚੀਆਂ ਸੀ ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਇਨਸਾਫ ਮਿਲ। ਹਰ ਰੋਜ਼ ਅਗਲੇ ਵਧਾ ਰਹੇ ਨੇ ਉਹਨੂੰ, ਕਿਧਰੇ ਹੋਰ ਪਾ ਕੇ, ਬਿਲ ਵੰਗ ਪਾ ਕੇ, ਇਨਸਾਫ ਨਹੀਂ ਉਹ ਦੇ ਸਕਦੇ। ਹਰ ਰੋਜ਼ ਤੁਸੀਂ ਵੇਖਿਓ ਆਹ ਗੈਂਗਸਟਰ ਦਾ ਫਲਾਣੇ ਗੈਂਗਸਟਰ ਦੇ ਨਾਲ ਸੰਬੰਧ ਆ, ਅੱਗੇ ਦੀ ਅੱਗੇ ਨਾ ਮਿਲ। ਪਹਿਲਾਂ ਤਾਂ ਸੁਣੇ ਹੀ ਨਹੀਂ ਸੀ, ਪਰ ਪੰਜਾਬ ਦੇ ਹੁਣ ਹਰ ਰੋਜ਼ ਸੁਣਨ ਹੁੰਦਾ ਵੀ ਆਹ ਵੀ ਗੈਂਗਸਟਰ ਹੈ ਇੱਥੇ, ਆਹ ਵੀ ਹੈ, ਨਵੇਂ ਨਵੇਂ ਨਾਮ ਆ ਰਹੇ ਨੇ, ਆਹ ਵੀ ਗੈਂਗ ਆ ਕੋਈ, ਆਹ ਵੀ ਗੈਂਗ ਆ। ਬਣਾ ਤਾਂ ਨਾ ਅਗਲੇ ਨੇ ਪੰਜਾਬ ਨੂੰ ਗੈਂਗਵਾਰ, ਦਿਖਾਤਾ ਸਾਰਾ ਕੁਝ। ਇਹਨਾਂ ਗੱਲਾਂ ਨੂੰ ਸਮਝਣਾ ਪੈਣਾ। ਸਾਨੂੰ ਅਗਲੇ, ਮੈਂ ਪਹਿਲਾਂ ਕਿਹਾ ਵੀ ਸਾਨੂੰ ਘੁਮਾ ਕੇ ਫੜਨਾ ਚਾਹੁੰਦੇ ਨੇ, ਕਿਸੇ ਪਾਸੇ ਨਹੀਂ ਛੱਡਣਾ ਚਾਹੁੰਦੇ। ਜੇ ਸੋਚ ਪੈਦਾ ਹੋਈ ਦੀਪ ਸਿੱਧੂ ਵਰਗੇ ਵੀ ਨੌਜਵਾਨੀ ਜੁੜੇਗੀ ਇਹਨਾਂ ਨਾਲ, ਖਤਮ ਕਰ ਦਿੱਤਾ ਅਗਲਿਆਂ ਨੇ। ਜਿਨ੍ਹਾਂ ਨੂੰ ਚਾਹੁੰਦੀ ਹੈ, ਜਿਨ੍ਹਾਂ ਦੇ ਪਿੱਛੇ ਲੱਗ ਕੇ ਨੌਜਵਾਨ ਖੇਡਣਾ ਚਾਹੁੰਦੀ ਹੈ, ਨਸ਼ੇ ਛੱਡਦੇ ਨੇ, ਜੋ ਭਲਾ ਕਰੇਗਾ, ਅਗਲੇ ਨੇ ਖਤਮ ਕਰ ਦਿੱਤਾ। ਸੰਦੀਪ ਸਿੰਘ ਨੰਗਲੰਬੀਆਂ ਦਾ ਨੌਜਵਾਨ, ਉਹ ਇਨਸਾਫ ਥੋੜ੍ਹੀ ਮਿਲਣੇ ਨੇ ਉਹਨਾਂ ਦੇ। ਜੇ ਕੋਈ ਕਲਮ ਚੱਲਦੀ ਅਗਲਿਆਂ ਨੂੰ ਤਾਂ ਡਰ ਪੈਂਦੇ ਨੇ। ਪਿੱਛੇ ਦੀ ਘਟਨਾ ਵਾਪਰੀ ਜਿਹੜੀ 29 ਮਈ ਦੀ, ਸ਼ੁਭਦੀਪ ਸਿੰਘ ਸਿੱਧੂ, ਖਤਮ ਕਰ ਦਿੱਤਾ ਅਗਲੇ ਨੇ। ਪੜ੍ਹਨਾ ਪੈਣਾ, ਕਿਉਂਕਿ ਭਾਵੇਂ ਜਿੰਨਾ ਮਰਜ਼ੀ ਅਗਲਾ ਬੋਲਣ ਵਾਲੇ ਬੋਲਦੇ ਨੇ, ਦੇਖੋ ਜੀ ਪੰਜਾਬ ਨੂੰ ਦੇਣ ਕੀ ਸੀ, ਸੁਣ ਕੇ ਵੇਖੋ। ਅਗਲਿਆਂ ਨੂੰ ਤਾਂ ਮਾੜਾ ਜਿਹਾ ਤੁਸੀਂ ਬੋਲ ਕੇ ਵੇਖੋ, ਅਗਲਿਆਂ ਨੂੰ ਅੱਗ ਲੱਗ ਜਾਂਦੀ ਹੈ। ਮਾੜਾ ਜਿਹਾ ਕੋਈ ਪੰਜਾਬ ਦੇ ਹੱਕ ਦੇ ਵਿੱਚ ਬੋਲ ਦੇਵੇ, ਤੇ ਪਰ ਉਹਨਾਂ ਦੀਆਂ ਲਿਖਤਾਂ ਵੇਖੋ। ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ, ਸਾਨੂੰ ਪ੍ਰਵਾਨ ਥੋੜ੍ਹੀ ਹੈ। ਪੰਜਾਬ ਦੀ ਗੱਲ ਕਰੋ ਤੁਸੀਂ, ਮਾਂ ਬੋਲੀ ਦੀ ਗੱਲ ਕਰੋ ਤੁਸੀਂ, ਪਾਣੀਆਂ ਦੀ ਗੱਲ ਕਰੋ, ਹਲੇ ਖਤਮ ਕਰ ਦਿੰਦੇ ਕੌਣ ਆ? ਵੀ ਇਹਨਾਂ ਪਿੱਛੇ ਨੌਜਵਾਨੀ ਨਾ ਤੁਰ ਪਵੇ, ਡਰ ਪੈ ਜਾਂਦੇ ਨੇ।
ਪਰ ਜਾਗਣਾ ਪੈਣਾ ਹੈ, ਸੱਚ ਨੂੰ ਮੰਨਣਾ ਪੈਣਾ ਹੈ। ਸਤਿਗੁਰ ਦੀ ਬਾਣੀ ਸਾਨੂੰ ਸੱਚ ਹੀ ਤਾਂ ਵਿਖਾਉਂਦੀ ਹੈ ਨਾ। ਸਮਾਜ ਦੇ ਵਿੱਚ ਬਹੁਤ ਕੂੜ ਵਾਪਰ ਰਿਹਾ ਸੀ, ਮਰੇ ਹੋਏ ਸਨ ਲੋਕ, ਅੱਖਾਂ ਦੇ ਸਾਹਮਣੇ ਸੂਰਜ ਦੀ ਰੌਸ਼ਨੀ ਦੇ ਵਿੱਚ ਅਗਲੇ ਇਸ ਧਰਤੀ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸੀ। ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਕੋਈ ਬੋਲ ਦੇਵੇ, ਕੋਈ ਬੋਲ ਦੇਵੇ, ਕੋਈ ਅੜ ਜਾਵੇ ਉਹਨਾਂ ਸਾਹਮਣੇ ਵੀ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਵੀ ਤੁਸੀਂ ਇੱਥੇ ਭਾਰਤ ਦੀ ਧਰਤੀ 'ਤੇ ਪੈਰ ਵੀ ਰੱਖ ਜਾਵੋ। ਪਰ ਡਰ ਸੀ ਨਾ, ਕੋਈ ਬੋਲ ਨਹੀਂ ਸੀ ਸਕਦਾ। ਧੀਆਂ ਬੇਟੀਆਂ ਨੂੰ ਅਗਲੇ ਲੈ ਜਾਂਦੇ ਸੀ, ਲੁੱਟ ਕੇ ਲੈ ਜਾਂਦੇ ਸੀ। ਪੜ੍ਹੇ ਹੋਣਾ ਵੀ ਅਬਦਾਲੀ ਨੇ 14 ਵਾਰ ਲੁੱਟਿਆ। ਮਰੇ ਹੋਇਆਂ ਦੀਆਂ ਨਿਸ਼ਾਨੀਆਂ ਨੇ ਨਾ। ਪਰ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਫਿਰ ਆਖੀਰ उठी सदा तहीद की पंजाब से मर्दे काबल ने जगाया ख्वाब से। हिंद नूं मर्दे काबल ने ख्वाब तो जगा दिता। सुते हुए सन लोग, इन्हां नूं इह सी भी कोई होर आऊगा बचाउण साडे लई, पर नहीं, खुद लड़ना पैना है। खुद जाना भी जांदियां ने, पर गौर दे नाल जिन्ना भी हो सकदा है उस तरीके दे नाल सानूं करना ही पैना है। सतगुरु गल आखदे ने, कहंदे मन जीवै प्रभ नाम च तेरे। मन जिउंदा ही उदों है जदों परमात्मा दा नाम हिरदे विच आ। ते जे रब याद नहीं ना, बंदा मरिया समान आ, बोझ आ धरती ते, लोथ तुरी फिरदी है, लोथ तुरी फिरदी है। कोई इहदा योगदान नहीं है संसार दे विच। जी के दाते प्रीतम प्रभ मेरे, मन जीवै प्रभ नाम च तेरे। कहते तेरा नाम चित के ही मेरा मन जिउंदा है। सतगुरु जी गल आखदे ने, इस करके सानू भी जिउंदियां विच होना चाहिए। सानू जिउंदियां विच, किसी वीर ने बड़ा सोहना लिखिया, कहंदे भी जदों किसी सच बोलण वाले दी मरी हुई देह नूं सिवियां विच लैके गए ना, शमशान घाट दे विच लैके गए, कहते भी सच बोलदा सी, मार दिता। कहते पर उत्थे जदों लैके गए, कहते उत्थे उन्हां दियां भी लाशां सन, उन्हां दियां भी कबरां मरियां होईयां सन, जिहड़े कहते भी सच बोले तो किते मौत ही ना आ जावे। मरे वो भी जिहड़े कहते सी भी सच बोलन करके मौत ही ना आ जावे, मर ही ना जाइए, पर मरे वो भी जिहड़े सच दे नाल जुड़ के मरे। मरे वो भी। हुण ये वेखना भी असीं जिउणा किहड़े तरीके नाल है, डर के या अणखी बन के। सतगुरु गल आखदे ने, भाई परमात्मा दे नाल जुड़ के आ जिहड़ा है ना अपना मन जिउंदा कर लै। मन जिउणा लाजमी है। शरीर नूं अगला गुलाम कर सकदा, तुहाडी सोच नूं कोई गुलाम ना करे। सोच तुहाडी उड़ारियां मारे, साडे तो लै लो कुछ मर्जी खो सकदे हो, पर जिन्ना टाइम बंदे कोल ज़मीर हुंदी है ना, अड़ सकदे ने। ज़मीर जागदी होना लाजमी है। सतगुरु अगे गल आखदे ने, कहंदे धन सो वेला जित दर्शन करना, हाँ बलिहारी सतगुर चरना। हरेक समा भागां वाला है जदों परमात्मा जी दे दर्शन हो जाण। रब नूं दर्शन करने मतलब परमात्मा नूं समझना। जिदन परमात्मा समझ दे विच आ गया, जिदन सच सुरत विच आ गया ना, धन हो जाना वो समा भी ते साडी जिंदगी भी। क्योंकि सच वाला मनुख धन हुंदा है। जे जीवन भी धन बनाउणा है ना, धन है जीवन मेरा, सच नाल जुड़ना पैना, ज़मीर जगाउणी पैनी है। जिउण दा स्वाद तां आउणा जदों गल्लां जी आपां करदे ना भी यार संसार विच लैण की है, बंदा बहुत जिउले, मरी जाइए, मरन नूं दिल करदा। हुण की जिउणा है, इत्थे टाइम पास है। इहदा मतलब जिउणा ही नहीं आया, हजे तक जिउणा नहीं आया। सतगुरु गल आखदे ने भी एक रात की तरह जीवन है, तो बंदा कहता भी तो लंघन च ही नहीं आ रहा, बड़ा दुखी हो गया मैं, तो मौत ही आ जाए। जिउणा नहीं आया। जिदन जिउणा आ गया ना, फिर देखेगा भी समा बड़ी तेज़ी दे नाल लंघदा, मैथों कुछ होया नहीं। धन सो वेला जित दर्शन करना, जिदन परमात्मा के दर्शन हो गए, सुरत नाल सच समझ आ गया, वो वेला धन हो जाना है। हौं बलिहारी सतगुर चरना, बलिहार जावेगा सतगुरु के चरणों तो, क्योंकि गुरु ने सानू, सतगुरु ने सानू रब दे नाल जोड़ दिता। सतगुरु के चरण मतलब गुरबाणी, गुरु के बचन ने ना जिहड़े ये साडे लई उहदे चरण ही ने।
ਗੁਰੂ ਦੇ ਚਰਨੀ ਲੱਗਣਾ ਮਤਲਬ ਗੁਰਬਾਣੀ ਦੇ ਨਾਲ ਜੁੜਨਾ ਹੁੰਦਾ ਹੈ। ਬਲਿਹਾਰ ਜਾਈਏ ਗੁਰੂ ਦੇ ਬਚਨਾਂ ਤੋਂ ਜੋ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ, ਕਿਉਂਕਿ ਸੱਚ ਸਭਨਾ ਕਾ ਖਸਮ ਹੈ, ਸੱਚ ਹੀ ਖਸਮ ਹੈ। ਗੁਰਬਾਣੀ ਸਾਨੂੰ ਸੱਚ ਨਾਲ ਜੋੜਦੀ ਹੈ, ਇਸ ਲਈ ਪੜ੍ਹਨ ਦਾ ਯਤਨ ਕਰੀਏ ਗੁਰਬਾਣੀ। ਕਹਿੰਦੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। ਕਹਿੰਦੇ ਪ੍ਰਮਾਤਮਾ ਜੀ ਤੇਰਾ ਨਾਮ ਮੰਤਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫਤ ਸਲਾਹ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ। ਰੱਬ ਜੀ ਦਾ ਨਾਮ ਸਦਾ ਰਹਿਣ ਵਾਲਾ ਮੰਤਰ ਆ, ਅਤੇ ਜਿਹੜੀ ਬਾਣੀ ਹੈ ਇਹ ਆਤਮਿਕ ਜੀਵਨ ਦੇਣ ਵਾਲੀ ਹੈ, ਭਾਵ ਸਾਡੀ ਜ਼ਮੀਰ ਜਗਾਉਣ ਵਾਲੀ ਹੈ, ਅੰਦਰੋਂ ਜਗਾਉਣ ਵਾਲੀ ਹੈ, ਸਾਨੂੰ ਹਲੂਣ ਕੇ ਜਿਉਣ ਵਾਲੀ ਹੈ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਨੀ। ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ। ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਅਤੇ ਕਹਿੰਦੇ ਤੇਰਾ ਹੁਕਮ ਸਦਾ ਥਿਰ ਰਹਿਣ ਵਾਲਾ ਹੈ। ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਅਤੇ ਕਹਿੰਦੇ ਤੂੰ ਸਦਾ ਤਖਤ ਉੱਤੇ ਨਿਵਾਸ ਰੱਖਣ ਵਾਲਾ ਹੈ, ਭਾਵ ਤੂੰ ਸਦਾ ਸਭ ਦਾ ਹੁਕਮ ਜਿਹੜਾ ਹੈ ਨਾ ਸਾਰਿਆਂ ਨੂੰ ਹੁਕਮ ਦੇ ਵਿੱਚ ਰੱਖਣ ਵਾਲਾ ਹੈ। ਤਖਤ ਦੇ ਉੱਤੇ ਹੈ ਤੂੰ, ਤੇਰੇ ਤਖਤ 'ਤੇ ਕੋਈ ਵੀ ਨਹੀਂ ਹੈ, ਤੇਰੇ ਬਰਾਬਰ ਕੋਈ ਵੀ ਨਹੀਂ ਹੈ। ਉਸ ਪਰਮਾਤਮਾ ਨੂੰ ਯਾਦ ਕਰੀਏ ਜਿਹਦੇ ਬਰਾਬਰ ਕੋਈ ਨਹੀਂ, ਜਿਹਦੇ ਹੁਕਮ ਦੇ ਵਿੱਚ ਸਾਰਾ ਕੁਝ ਚੱਲਦਾ ਹੈ। ਜਿੱਦਣ ਅਸੀਂ ਉਹਦੇ ਹੁਕਮ 'ਚ ਆ ਗਏ ਨਾ, ਜਿਉਣਾ ਆ ਜਾਣਾ ਹੈ। ਅਤੇ ਸਤਿਗੁਰੂ ਗੱਲ ਆਖਦੇ ਨੇ, ਕਹਿੰਦੇ ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸ਼ੀ, ਨਾ ਮਰਦਾ ਨਾ ਖੱਪਦਾ, ਉਹ ਸਦਾ ਹੀ ਰਹਿਣ ਵਾਲਾ ਹੈ, ਉਹਦੇ ਬਰਾਬਰ ਕੋਈ ਨਹੀਂ ਹੈ। ਤੁਮ ਮਿਹਰਬਾਨ ਦਾਸ ਹਮ ਦੀਨਾ, ਅਸੀਂ ਜੀਵ ਤੇਰੇ ਨਿਮਾਣੇ ਆ, ਪਰ ਤੂੰ ਸਦਾ ਹੀ ਆਪਣਾ ਮਿਹਰਬਾਨੀ ਵਾਲਾ ਸੁਭਾਅ ਛੱਡਦਾ ਨਹੀਂ ਹੈ, ਤੂੰ ਹਮੇਸ਼ਾ ਹੀ ਮਿਹਰਬਾਨ ਆ। ਨਾਨਕ ਸਾਹਿਬ ਭਰਪੁਰ ਲੀਣਾ, ਅਤੇ ਕਹਿੰਦੇ ਸਾਡਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ। ਸਾਹਿਬ ਭਰਪੁਰ ਲੂਣਾ, ਹਰੇਕ ਥਾਂ 'ਤੇ ਵੱਸਦਾ ਹੈ। ਜਿੱਦਣ ਉਹਦੇ ਨਾਲ ਜੁੜ ਗਏ ਨਾ, ਸੱਚ ਸਮਝ ਆ ਜਾਣਾ ਹੈ। ਸੱਚ ਨੂੰ ਜ਼ਿੰਦਗੀ ਵਿੱਚ ਧਾਰਨ ਕਰੀਏ, ਫਿਰ ਹੀ ਭਾਈ ਸਾਡਾ ਜਿਉਣ ਦਾ ਜਿਹੜਾ ਮਕਸਦ ਕਾਮਯਾਬ ਹੋ ਸਕਦਾ ਹੈ। ਪਰਮਾਤਮਾ ਦੇ ਨਾਲ ਜੁੜ ਕੇ ਜ਼ਮੀਰ ਜਾਗਦੀ ਰੱਖੀਏ, ਫਿਰ ਹੀ ਸਮਾਜ ਵਿੱਚ ਰਹਿਣ ਦਾ ਢੰਗ ਤਰੀਕਾ ਆ ਸਕਦਾ ਹੈ, ਜਿਉਣਾ ਸਫਲ ਹੈ। ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੀਆਂ ਵਿਚਾਰਾਂ ਨੂੰ ਸਮਝਦਿਆਂ ਬੋਲਦਿਆਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਜੋ ਪਾਵਨ ਗੁਰਬਾਣੀ ਦੇ ਬਚਨ ਆਪਾਂ ਸਾਂਝੇ ਕਰਦੇ ਹਾਂ ਨਾ, ਗੁਰਬਾਣੀ ਸਾਡਾ ਮਨ ਜਗਾਉਂਦੀ ਹੈ। ਅਤੇ ਜਗਾਉਣ ਦਾ ਮਤਲਬ ਹੈ ਵੀ ਆਪਣੀ ਹੋਂਦ ਪ੍ਰਤੀ, ਆਪਣੇ ਬਾਰੇ, ਆਪਣੇ ਬੀਤੇ ਹੋਏ ਕੱਲ੍ਹ ਬਾਰੇ ਜਾਣਕਾਰੀ ਲਈਏ, ਅਸੀਂ ਸਮਝੀਏ ਵੀ ਸਾਡੇ ਨਾਲ ਕੀ ਕੁਛ ਹੋ ਰਿਹਾ ਹੈ, ਸਾਡਾ ਇੱਥੇ ਹੋਣ ਦਾ ਮਕਸਦ ਕੀ ਹੋਣਾ ਚਾਹੀਦਾ ਹੈ। ਗੁਲਾਮ ਬਣ ਕੇ ਰਹਿਣਾ ਹੈ ਜਾਂ ਸੋਚ ਨੂੰ ਆਜ਼ਾਦ ਕਰਕੇ ਰਹਿਣਾ ਹੈ, ਉਹ ਸਾਡੇ 'ਤੇ ਡਿਪੈਂਡ ਕਰਦਾ ਵੀ ਅਸੀਂ ਜਿਉਣਾ ਕਿਵੇਂ ਹੈ, ਅਸੀਂ ਰੋਲ ਮਾਡਲ ਮੰਨਣਾ ਕਿਹਨੂੰ ਹੈ, ਕਿਹਨਾਂ ਤੋਂ ਸੇਧ ਲੈਣੀ ਹੈ, ਅਸੀਂ ਸਮਾਜ ਵਿੱਚ ਕੰਮ ਕਿਹੜੇ ਕਰਨੇ ਨੇ। ਇਹ ਗੱਲਾਂ ਨੂੰ ਸਮਝਣਾ ਪੈਣਾ ਹੈ, ਖਾਸ ਕਰਕੇ ਨੌਜਵਾਨ ਵੀਰਾਂ ਨੂੰ। ਫਿਰ ਹੀ ਅਸੀਂ ਭਾਈ ਆ ਪੰਜਾਬ ਦੇ ਰਾਜੇ ਅਖਵਾ ਸਕਦੇ ਹਾਂ, ਆਪਣੀ ਧਰਤੀ ਦੇ ਨਾਲ, ਆਪਣੀ ਬੋਲੀ ਦੇ ਨਾਲ, ਆਪਣੀ ਲਿਬਾਸ ਦੇ ਨਾਲ ਜੁੜੇ ਰਹਿ ਸਕਦੇ ਹਾਂ। ਨਹੀਂ ਤਾਂ ਅਗਲਿਆਂ ਦਾ ਵਾਹਨ ਲੱਗੇ ਤਾਂ ਸਾਨੂੰ ਇੱਕੇ ਦਿਨ ਦੇ ਵਿੱਚ ਆਪਣੇ ਅਧੀਨ ਕਰ ਲੈਣ ਧੱਕੇ ਦੇ ਨਾਲ। ਪਰ ਕਿਤੇ ਨਾ ਕਿਤੇ ਜਿਹੜੇ ਅਣਖੀ ਕਣ ਨੇ ਨਾ ਸਾਡੇ ਵਿੱਚ, ਉਹ ਅਧੀਨ ਹੋਣ ਨਹੀਂ ਦਿੰਦੇ। ਜਿੱਦਣ ਗੁਰੂ ਨਾਨਕ ਸਾਹਿਬ ਤੁਰੇ ਨੇ ਨਾ ਪ੍ਰਚਾਰ ਕਰਨ ਦੇ ਲਈ, ਬੜੇ ਥਾਵਾਂ 'ਤੇ ਗਏ, ਪਰ ਕਰਤਾਰਪੁਰ ਆ ਕੇ ਬਾਬੇ ਨੇ ਪੰਜਾਬ ਵਿੱਚ ਵਸਾਇਆ, ਕਿਉਂਕਿ ਉਹਨੇ ਵੇਖ ਲਿਆ ਵੀ ਇਹ ਲੋਕ ਨੇ ਜਿਹੜੇ ਇਹ ਮਰ ਮਿਟਣ ਵਾਲੇ ਨੇ, ਇਹ ਅਣਖੀ ਲੋਕ ਨੇ, ਇਹਨਾਂ ਤੋਂ ਕੰਮ ਹੋ ਸਕਦਾ, ਜਿੰਨਾ ਕੰਮ ਲਿਆ ਜਾਵੇ ਇਹਨਾਂ ਤੋਂ ਲਿਆ ਜਾਵੇ। ਅਤੇ ਉਹ ਪੰਜਾਬ ਬਾਬੇ ਨਾਨਕ ਦਾ ਪੰਜਾਬ ਜਿਹੜਾ ਅੱਜ ਵੀ ਉਵੇਂ ਜਿਉਂ ਸਕਦਾ ਹੈ, ਜੇ ਅਸੀਂ ਆਪਣੀਆਂ ਜ਼ਮੀਰਾਂ ਜਗਾਈਏ, ਮਨ ਨੂੰ ਜਾਗਦਾ ਰੱਖੀਏ, ਬਾਬਾ ਨਾਨਕ ਮਿਹਰ ਕਰੇ, ਫਿਰ ਇਹ ਪੰਜਾਬ ਜਿਹੜਾ ਖੁਸ਼ਹਾਲ ਬਣ ਸਕਦਾ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਅੰਤ ਵਿੱਚ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ